TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਕੁਝ ਘਟਨਾਵਾਂ ਜਿਨ੍ਹਾਂ ਨੇ ਖਬਰਾਂ ਦਾ ਰੂਪ ਧਾਰਿਆ ਤੁਹਾਡੇ ਰੂਬਰੂ ਕਰਾਂ। 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਸੰਯੁਕਤ ਮੋਰਚਾ ਵੱਲੋਂ ਐਲਾਨ। ਕਿਸਾਨਾਂ ਨੂੰ ਰੋਕਣ ਲਈ ਸਿੰਘੂ ਸਰਹੱਦ ਤੇ ਸੜਕ 'ਚ ਲਾਏ ਗਏ ਕਿੱਲ ਅਤੇ ਬਣਾਈ ਅਸਥਾਈ ਕੰਧ। ਦਿੱਲੀ ਹਰਿਆਣਾ 'ਚ ਲਾਪਤਾ ਅਤੇ ਗ੍ਰਿਫਤਾਰ ਕੀਤੇ ਕਿਸਾਨਾਂ ਦਾ ਕੇਸ ਲੜੇਗੀ ਪੰਜਾਬ ਸਰਕਾਰ। ਮਨਜਿੰਦਰ ਸਿੰਘ ਸਿਰਸਾ ਨੇ ਗ੍ਰਿਫਤਾਰ ਕੀਤੇ 120 ਲੋਕਾਂ ਦੀ ਸੂਚੀ ਕੀਤੀ ਜਾਰੀ। ਚੰਡੀਗੜ੍ਹ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਕੱਢੀ ਗਈ ਇੱਕ ਵਿਸ਼ਾਲ ਰੈਲੀ। ਟਿੱਕਰੀ ਬਾਰਡਰ ਤੋਂ ਪਰਤੇ ਇੱਕ ਕਿਸਾਨ ਦੀ ਮੌਤ। ਇਸੇ ਤਰ੍ਹਾਂ ਦਿੱਲੀ ਮੋਰਚੇ ਤੋਂ ਪਰਤੇ ਪਿੰਡ ਦੌਣ ਕਲਾਂ ਦੇ ਨੌਜਵਾਨ ਦੀ ਵੀ ਮੌਤ ਅਤੇ ਅੰਮ੍ਰਿਤਸਰ ਵਿੱਚ ਇੱਕ ਫਾਈਨਾਂਸਰ ਨੇ ਆਪਣੇ ਬੱਚੇ ਅਤੇ ਪਤਨੀ ਦੀ ਹੱਤਿਆ ਤੋਂ ਬਾਅਦ ਕੀਤੀ ਖੁਦਕੁਸ਼ੀ। ਦੋਸਤੋ, ਇਹ ਕੁਝ ਖਬਰਾਂ ਨੇ ਤੇ ਕੁਝ ਹੋਰ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਸਥਾਰ ਸਹਿਤ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਬੇਨਤੀ ਹੈ ਕਿ ਅੱਜ ਇੱਕ ਪ੍ਰੋਗਰਾਮ ਕੀਤਾ ਸੀ। ਪ੍ਰੋਗਰਾਮ ਦੇ ਵਿੱਚ ਕਾਨੂੰਨੀ ਨੁਕਤਾ ਕੀ ਕਹਿੰਦਾ ਹੈ, ਕਾਨੂੰਨ ਦੀ ਅੱਖ ਕੀ ਕਹਿੰਦੀ ਹੈ, ਕਾਨੂੰਨ ਘਾੜਿਆਂ ਨੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੈ ਕਿ ਪੁਲਿਸ ਕਿਸੇ ਦੀ ਕੁੱਟਮਾਰ ਕਰ ਸਕਦੀ ਹੈ, ਕੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਅੰਦਰ ਜਾਣਾ ਤੇ ਉੱਤੇ ਕੇਸਰੀ ਨਿਸ਼ਾਨ ਲਾਉਣਾ ਦੇਸ਼ ਧਰੋਹ ਬਣਦਾ ਹੈ, ਕੀ ਉਹਨਾਂ ਦੇ ਉੱਤੇ UAPA ਵਰਗੀਆਂ ਧਾਰਾਵਾਂ ਲਗਾਈਆਂ ਜਾ ਸਕਦੀਆਂ ਨੇ, ਕੀ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਡਕੈਤੀ, ਦੰਗੇ ਫੈਲਾਉਣ ਅਤੇ ਕਤਲ ਵਰਗੀਆਂ ਸੰਗੀਨ ਧਾਰਾਵਾਂ ਦਰਜ ਕੀਤੀਆਂ ਜਾ ਸਕਦੀਆਂ ਨੇ। ਬਹੁਤ ਸਾਰੇ ਸਵਾਲ ਤੁਹਾਡੇ ਵੀ ਹੋਣਗੇ। ਉਹਨਾਂ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ ਸਾਡਾ ਪੰਜਾਬ ਬੋਲਦਾ ਪ੍ਰੋਗਰਾਮ ਨੰਬਰ 71 ਜ਼ਰੂਰ ਦੇਖਿਓ। ਤੁਹਾਡੇ ਵਾਸਤੇ ਕਾਫੀ ਉਹ ਲਾਹੇਵੰਦ ਜਾਣਕਾਰੀਆਂ ਹੋ ਸਕਦੀਆਂ ਨੇ। ਉਹਦੇ ਵਿੱਚ ਤੁਹਾਡੇ ਇਸ ਸਵਾਲ ਦਾ ਜਵਾਬ ਵੀ ਤੁਹਾਨੂੰ ਮਿਲ ਸਕਦਾ ਹੈ ਕਿ ਕੀ ਇੱਕ ਉਹਦੇ 'ਚ ਧਾਰਾ ਲਾਈ ਗਈ ਹੈ ਕਿ ਸਰਕਾਰੀ ਕੰਮਾਂ ਦੇ ਵਿੱਚ ਵਿਘਨ ਪਾਉਣ ਜਾਂ ਦਖਲ ਅੰਦਾਜ਼ੀ ਕਰਨ ਦੀ ਧਾਰਾ। ਪਰ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਜੇਕਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੋਈ ਪੱਥਰ ਮਾਰੇ, ਕਿਸੇ ਦੇ ਉੱਤੇ ਕਾਤਲਾਨਾ ਹਮਲਾ ਕਰੇ, ਕਿ ਪੁਲਿਸ ਉੱਤੇ ਕੋਈ ਧਾਰਾ ਬਣਦੀ ਹੈ? ਜੇ ਪੁਲਿਸ ਦੀ ਹਿਰਾਸਤ ਵਿੱਚ ਇੱਕ ਨੌਜਵਾਨ ਹੈ ਤੇ ਉਸ ਹਿਰਾਸਤ ਵਿੱਚ ਲੈ ਤੋਂ ਬਾਅਦ ਵੀ ਉਹ ਕੁਝ ਗੁੰਡੇ ਉਸ ਨੌਜਵਾਨ ਨੂੰ ਕੁੱਟਦੇ ਹੈ, ਮਾਰਦੇ ਹੈ, ਕੀ ਫਿਰ ਪੁਲਿਸ ਤੇ ਕੋਈ ਧਾਰਾ ਬਣਦੀ ਹੈ? ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਉਸ ਪ੍ਰੋਗਰਾਮ ਵਿੱਚ ਮਿਲ ਜਾਣਗੇ। ਉਮੀਦ ਕਰਾਂਗਾ ਕਿ ਤੁਸੀਂ ਜ਼ਰੂਰ ਦੇਖੋਗੇ। ਤੇ ਆਓ ਇਸ ਤੋਂ ਪਹਿਲਾਂ ਕਿ ਖਬਰਾਂ ਨੂੰ ਵਿਸਥਾਰਦੇ ਹਾਂ, ਬੇਨਤੀ ਇਹ ਵੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੇ ਹੁਣ ਖਬਰਾਂ ਵੱਲੋਂ ਰੁਖ ਕਰਦੇ ਹਾਂ। ਖੇਤੀ ਦੇ 3 ਨਵੇਂ ਕਾਨੂੰਨ ਬਣੇ। ਸਰਕਾਰ ਨੇ ਕਿਹਾ ਕਿ ਇਹ ਖੇਤੀ ਸੁਧਾਰ ਕਾਨੂੰਨ ਨੇ, ਪਰ ਕਿਸਾਨ ਕਹਿੰਦੇ ਨਹੀਂ, ਇਹ ਸਾਡੇ ਡੈਥ ਵਾਰੰਟ ਨੇ, ਇਹ ਕਾਲੇ ਕਾਨੂੰਨ ਨੇ, ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ। ਜਦੋਂ ਤੋਂ ਇਹ ਕਾਨੂੰਨ ਬਣੇ ਨੇ, ਜਦੋਂ ਤੋਂ ਇਹ ਆਰਡੀਨੈਂਸ ਹੋਂਦ ਵਿੱਚ ਆਇਆ, ਉਦੋਂ ਤੋਂ ਲੈ ਕੇ ਇਹਨਾਂ ਦਾ ਵਿਰੋਧ ਹੋ ਰਿਹਾ। ਦਿੱਲੀ ਦੀ ਸਰਹੱਦ ਤੇ ਬੈਠਿਆਂ ਨੂੰ ਵੀ ਹੁਣ ਤਾਂ 68 ਦਿਨ ਬੀਤ ਚੁੱਕੇ ਨੇ। ਅੰਦੋਲਨ ਲਗਾਤਾਰ ਗਰਮਾ ਰਿਹਾ ਹੈ। ਕਿਸਾਨ ਕਹਿੰਦੇ ਆ ਕਿ ਸਿਰਫ ਸਾਨੂੰ ਇਹ ਕਾਨੂੰਨ ਰੱਦ ਕਰਨ ਦੀ ਜ਼ਰੂਰਤ ਹੈ, ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ। ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ ਤੇ ਕਿਸਾਨ ਆਪਣੀ ਮੰਗ ਤੇ ਡਟੇ ਹੋਏ ਨੇ। ਤੇ ਕਿਸਾਨਾਂ ਨੇ ਅੱਜ ਇੱਕ ਵਾਰ ਫਿਰ ਤੋਂ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਅਤੇ ਭਾਜਪਾ ਤੇ ਨਿਸ਼ਾਨੇ ਬੰਨੇ। ਕਿਸਾਨ ਆਗੂ ਨੇ ਆਖਿਆ ਕਿ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ। ਤੇ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਹਿੰਸਾ ਤੋਂ ਬਾਅਦ ਕਿਸਾਨਾਂ ਨੂੰ ਜਿੱਥੇ ਗ੍ਰਿਫਤਾਰ ਕੀਤਾ ਤੇ ਬਹੁਤ ਸਾਰੇ ਟਰੈਕਟਰ ਜ਼ਬਤ ਕਰ ਲਏ ਨੇ। ਕੁਝ ਇੱਕ ਦਾ ਤਾਂ ਪਤਾ ਲੱਗ ਚੁੱਕਿਆ ਤੇ ਬਹੁਤ ਸਾਰਿਆਂ ਦਾ ਹਾਲੇ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹੜੇ ਥਾਣੇ ਵਿੱਚ ਨੇ ਜਾਂ ਕਿਹੜੀ ਜੇਲ੍ਹ ਵਿੱਚ ਭੇਜ ਦਿੱਤੇ ਗਏ ਨੇ। ਤੇ ਨਾਲ ਹੀ ਸਰਹੱਦ ਦੇ ਨੇੜੇ ਤੇੜੇ ਦੀਆਂ ਸੜਕਾਂ ਬਲੌਕ ਕਰ ਦਿੱਤੀਆਂ ਗਈਆਂ ਨੇ। ਪਹਿਲਾਂ ਤਾਂ ਬਹੁਤ ਸਾਰੇ ਅੱਜ ਖਬਰਾਂ ਮਿਲੀਆਂ ਸੀ ਕਿ ਟਵਿੱਟਰ ਖਾਤੇ ਬੰਦ ਕਰ ਦਿੱਤੇ ਗਏ ਨੇ। ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਖਾਤਾ ਬਲੌਕ ਕਰ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਉਸ ਨੂੰ ਚਾਲੂ ਕਰ ਦਿੱਤਾ ਗਿਆ। ਧਰਨੇ ਵਾਲੀ ਥਾਂ ਤੇ ਜਾ ਕੇ ਕੁਝ ਗੁੰਡੇ ਕਿਸਾਨਾਂ ਨੂੰ ਬੀਤੇ ਦਿਨਾਂ ਵਿੱਚ ਤੰਗ ਕਰਦੇ ਰਹੇ, ਇੱਥੋਂ ਤੱਕ ਕਿ ਕਿਸਾਨਾਂ ਨੂੰ ਤੰਗ ਕਰਨ ਦੇ ਵਾਸਤੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਹੈ, ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ, ਬਾਥਰੂਮ ਉੱਥੋਂ ਕੋਈ ਉਹਨਾਂ ਦੀ ਸੁਵਿਧਾ ਨਹੀਂ, ਇੰਟਰਨੈਟ ਉੱਥੇ ਬੰਦ ਕੀਤਾ ਪਿਆ। ਸੋ ਹੁਣ ਤੁਸੀਂ ਦੇਖੋ ਕਿ ਕਿੰਨੀਆਂ ਪਾਬੰਦੀਆਂ, ਕਿੰਨੀਆਂ ਰੋਕਾਂ ਤੇ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ। ਗਣਤੰਤਰ ਦਿਵਸ ਤੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਭੁਲੇਖਾ ਪਾਊ ਟਵੀਟਾਂ ਨੂੰ ਲੈ ਕੇ
ਤਿੱਖੀ ਕਾਰਵਾਈ ਕੀਤੀ ਤੇ ਟਵਿੱਟਰ ਅਕਾਊਂਟ ਬੰਦ ਕੀਤੇ ਗਏ, ਪਰ ਬਾਅਦ ਦੇ ਵਿੱਚ ਦੱਸਣ ਤੋਂ ਬਾਅਦ ਟਵਿੱਟਰ ਨੇ ਉਹ ਅਨਬਲੌਕ ਕਰ ਦਿੱਤੇ ਹੈ। ਤੇ ਕਿਸਾਨ ਆਗੂਆਂ ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸੱਦਾ ਦਿੱਤਾ ਹੈ ਕਿ ਆਉਣ ਵਾਲੀ 6 ਤਰੀਕ ਨੂੰ ਭਾਵ 6 ਫਰਵਰੀ ਨੂੰ ਚੱਕਾ ਜਾਮ ਕਰਾਂਗੇ। ਉਹਨਾਂ ਕਿਹਾ ਕਿ 6 ਫਰਵਰੀ ਨੂੰ ਸਮੁੱਚੇ ਭਾਰਤ ਦੇ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਚੱਕਾ ਜਾਮ ਕੀਤਾ ਜਾਏਗਾ। ਤੇ ਅਗਲੀ ਖਬਰ ਕਿ ਇਸ ਅੰਦੋਲਨ ਨੂੰ ਰੋਕਣ ਦੇ ਵਾਸਤੇ ਇੱਕ ਨਹੀਂ ਅਨੇਕਾਂ ਹੱਥ ਕੰਡੇ ਅਪਣਾਏ ਜਾ ਰਹੇ ਨੇ। ਹੁਣ ਤਾਂ ਜੱਗ ਜ਼ਾਹਰ ਹੋ ਗਈ ਹੈ ਉਹ ਤਸਵੀਰ ਕਿ ਬੀਤੇ ਦਿਨੀ ਜਿਹੜੇ ਸਥਾਨਕ ਕਥਿਤ ਤੌਰ ਤੇ ਸਥਾਨਕ ਲੋਕ ਆਪਣੇ ਆਪ ਨੂੰ ਦੱਸਦੇ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਭਾਈ ਉਹ ਤਾਂ ਭਾਰਤੀ ਜਨਤਾ ਪਾਰਟੀ ਨਾਲ ਮਿਲੇ ਹੋਏ ਲੋਕ ਨੇ, ਉਹ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਖੋ ਵੱਖ ਅਹੁਦਿਆਂ ਤੇ ਬਿਰਾਜਮਾਨ ਲੋਕ ਨੇ। ਸੋ ਫਿਰ ਉਹ ਸਥਾਨਕ ਲੋਕ ਕਿਵੇਂ ਹੋਏ? ਇੱਥੋਂ ਪਤਾ ਲੱਗਦਾ ਹੈ ਕਿ ਸਥਾਨਕ ਲੋਕ ਨਹੀਂ, ਸਥਾਨਕ ਲੋਕਾਂ ਦਾ ਰੂਪ ਧਾਰਨ ਕਰਕੇ ਉਹ ਕੁਝ ਗੁੰਡੇ ਭੇਜੇ ਗਏ ਸਨ ਤੇ ਬਾਅਦ ਦੇ ਵਿੱਚ ਉੱਥੋਂ ਨੌਜਵਾਨਾਂ ਨੂੰ ਕਈਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਲੈ ਗਈ। ਸ਼ਾਂਤਮਈ ਧਰਨਾ ਦੇਣ ਵਾਲਿਆਂ ਦੀਆਂ ਗ੍ਰਿਫਤਾਰੀਆਂ, ਜਿਹੜੇ ਇੱਟਾਂ ਮਾਰ ਰਹੇ ਸੀ, ਪੱਥਰ ਮਾਰ ਰਹੇ ਸੀ, ਕਿਸੇ ਦੀ ਕੋਈ ਗ੍ਰਿਫਤਾਰੀ ਦੀ ਹਾਲੇ ਤੱਕ ਕੋਈ ਖਬਰ ਨਹੀਂ। ਇੱਥੋਂ ਪਤਾ ਲੱਗਦਾ ਹੈ ਕਿ ਇਸ ਅੰਦੋਲਨ ਨੂੰ ਕੁਚਲਣ ਦੇ ਵਾਸਤੇ ਕਿੱਥੇ ਤੱਕ ਹੱਥ ਕੰਡੇ ਅਪਣਾਏ ਜਾ ਰਹੇ ਹੈ। ਤੇ ਦੂਸਰੇ ਪਾਸੇ ਅੱਜ ਖਬਰਾਂ ਮਿਲ ਰਹੀਆਂ ਨੇ ਕਿਉਂਕਿ ਲਗਾਤਾਰ ਇਹ ਅੰਦੋਲਨ ਗਰਮਾ ਰਿਹਾ ਹੈ, ਲਗਾਤਾਰ ਸਰਕਾਰ ਦੇ ਉੱਤੇ ਦਬਾਅ ਵਧਾਇਆ ਜਾ ਰਿਹਾ ਹੈ ਕਿ ਇਹ ਕਾਨੂੰਨ ਰੱਦ ਕੀਤੇ ਜਾਣ। ਤੇ ਇਸੇ ਹੀ ਤਹਿਤ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿ 6 ਫਰਵਰੀ ਨੂੰ ਪੂਰੇ ਮੁਲਕ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਕਰਨ ਦਾ ਸੱਦਾ ਵੀ ਅੱਜ ਦਿੱਤਾ ਗਿਆ ਹੈ। ਭਾਵੇਂ ਸਰਕਾਰ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ, ਪਰ ਕਿਸਾਨ ਅੰਦੋਲਨ ਦਾ ਜੋਸ਼ ਮੱਠਾ ਹੀ ਨਹੀਂ ਹੋ ਰਿਹਾ। ਸਗੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਵੱਲ ਵਹੀਰਾਂ ਘੱਤ ਰਹੇ ਨੇ। ਪਿੰਡ ਪਿੰਡ ਮਤੇ ਪੈ ਰਹੇ ਨੇ ਕਿ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਜੀ ਦਾ ਘੱਟੋ ਘੱਟ 1 ਹਫ਼ਤੇ ਵਾਸਤੇ ਜਾਣਾ ਇਸ ਅੰਦੋਲਨ ਦੇ ਵਿੱਚ ਲਾਜ਼ਮੀ ਕਰਾਰ ਜਾਂ ਜੁਰਮਾਨਾ ਲੱਗੇਗਾ ਜੇ ਨਹੀਂ ਜਾਣਗੇ। ਹੁਣ ਆਪ ਮੁਹਾਰੇ ਲੋਕ ਦਿੱਲੀ ਵੱਲ ਨੂੰ ਹੋ ਤੁਰੇ ਨੇ, ਪਰ ਹੁਣ ਸਰਕਾਰ ਚਾਹੁੰਦੀ ਹੈ ਕਿ ਇਸ ਆਵਾਜਾਈ ਨੂੰ ਸੀਮਿਤ ਕੀਤਾ ਜਾਵੇ, ਦਿੱਲੀ ਦੇ ਵਿੱਚ ਵੜਨ ਤੋਂ ਕਿਸਾਨਾਂ ਨੂੰ ਰੋਕਿਆ ਜਾਵੇ। ਬੈਰੀਕੇਡਿੰਗ ਵਧਾਈ ਜਾ ਰਹੀ ਹੈ, ਦਿੱਲੀ ਦੀਆਂ ਵੱਖ-ਵੱਖ ਹੱਦਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਪੁਲਿਸ ਨੇ ਸੁਰੱਖਿਆ ਕਾਫੀ ਵਧਾਈ ਹੈ। ਟਿਕਰੀ ਬਾਰਡਰ ਤੋਂ ਖਬਰਾਂ ਮਿਲੀਆਂ ਸੀ ਪਹਿਲਾਂ ਕਿ ਸੀਸੀ ਦੀ ਦੀਵਾਰ ਬਣਾ ਦਿੱਤੀ ਗਈ, 7 ਲੇਅਰ ਦੀ ਉੱਥੇ ਬੈਰੀਕੇਡਿੰਗ ਕਰ ਦਿੱਤੀ ਗਈ ਸੀ, ਪਰ ਹੁਣ ਪਤਾ ਲੱਗਾ ਕਿ ਸੜਕ ਪੁੱਟ ਕੇ ਲੰਬੀਆਂ ਕਿੱਲਾਂ ਸਰੀਏ ਗੱਡ ਦਿੱਤੇ ਗਏ ਹੈ। ਕਿੱਲਾਂ ਤੋਂ ਇਲਾਵਾ ਪੁਲਿਸ ਨੇ ਮੋਟੇ ਸਰੀਏ ਨੂੰ ਬੇਹੱਦ ਤਿੱਖਾ ਕਰਕੇ ਇਸ ਤਰ੍ਹਾਂ ਲਾ ਦਿੱਤਾ ਹੈ ਕਿ ਜੇਕਰ ਕੋਈ ਬਾਰਡਰ ਪਾਰ ਕਰਕੇ ਕੋਈ ਗੱਡੀ ਜਾਂ ਜ਼ਬਰਦਸਤੀ ਦਿੱਲੀ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰੇਗਾ ਤੇ ਉਹਨਾਂ ਦੇ ਟਰੈਕਟਰਾਂ ਦੇ ਗੱਡੀਆਂ ਦੇ ਟਾਇਰ ਫਟ ਜਾਣਗੇ, ਭਾਵ ਉਹ ਅੱਗੇ ਵਧ ਨਹੀਂ ਸਕੇਗਾ। ਬਾਰਡਰ ਤੇ ਰੋਡ ਰੋਲਰ ਵੀ ਖੜੇ ਕਰ ਦਿੱਤੇ ਗਏ ਹੈ ਤਾਂ ਕਿ ਕਿਸਾਨ ਜੇਕਰ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕਰਨਗੇ ਤਾਂ ਉਹਨਾਂ ਨੂੰ ਰੋਡ ਰੋਲਰ ਅੱਗੇ ਨਹੀਂ ਜਾਣ ਦੇਵੇਗਾ। ਸਿੰਘੂ ਸਰਹੱਦ ਵਾਲੇ ਪਾਸੋਂ ਵੀ ਇਸੇ ਤਰ੍ਹਾਂ ਖਬਰਾਂ ਮਿਲ ਰਹੀਆਂ ਨੇ ਕਿ ਇਸ ਤੇ ਸੁਰੱਖਿਆ ਇੰਨੀ ਕੁ ਵਧਾ ਦਿੱਤੀ ਗਈ ਕਿ ਕਿਲੇ ਵਰਗਾ ਬਣਾ ਦਿੱਤਾ। ਬੈਰੀਕੇਡਸ ਉੱਥੇ ਵੈਲਡ ਕਰ ਦਿੱਤੇ ਗਏ ਨੇ, ਜਿਹੜੀ ਵਿਚਕਾਰ ਜਗ੍ਹਾ ਬਚੀ ਸੀ ਉੱਥੇ ਰੋੜੀ ਸੀਮੈਂਟ ਕੁੱਟ ਕੇ ਮਜ਼ਬੂਤੀ ਨਾਲ ਭਰ ਕੇ ਕੰਧਾਂ ਬਣਾਈਆਂ ਜਾ ਰਹੀਆਂ ਨੇ। ਤੁਸੀਂ ਦੇਖੋ ਕਿ ਕਮਾਲ ਹੈ, ਹੁਣ ਕਿਲੇ ਵਰਗਾ ਰੂਪ ਦਿੱਤਾ ਜਾ ਰਿਹਾ ਹੈ, ਕਿਲੇ ਦੇ ਵਿੱਚ ਬਦਲਿਆ ਜਾ ਰਿਹਾ ਇਹਨਾਂ ਹੱਦਾਂ ਨੂੰ, ਇਹ ਸਰਹੱਦਾਂ ਨੂੰ। ਹੁਣ ਦਿੱਲੀ ਦੇ ਵਿੱਚ ਪੁਲਿਸ ਵੱਲੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਘੇਰਾਬੰਦੀ ਮਜ਼ਬੂਤੀ ਦਾ ਕਾਰਨ ਕੀ ਹੋਏਗਾ? ਪੁਲਿਸ ਸੁਰੱਖਿਆ ਲਗਾਤਾਰ ਵਧਾ ਰਹੀ ਹੈ, ਸੁਰੱਖਿਆ ਸੁਆਦੀ ਹੈ। ਪੁਲਿਸ ਖੜੀ ਸੀ, ਮੂਕ ਦਰਸ਼ਕ ਬਣੀ ਖੜੀ ਸੀ ਤੇ ਗੁੰਡੇ ਆਏ ਤੇ ਕਿਸਾਨਾਂ ਦੇ ਉੱਤੇ ਹਮਲਾ ਕਰਕੇ ਚਲੇ ਗਏ। ਬੈਰੀਕੇਡਸ ਦੀ ਗਿਣਤੀ ਵਧਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਹੁਣ ਜਿਹੜਾ ਸਿੰਘੂ ਸਰਹੱਦ ਤੇ ਮੁੱਖ ਮਾਰਗ ਪੈਂਦਾ ਉਹਦੇ ਕੋਲ ਸੀਮੈਂਟ ਦੇ 2 ਬੈਰੀਅਰ ਦੇ ਵਿਚਕਾਰ ਲੋਹੇ ਦੀਆਂ ਕਿੱਲਾਂ ਲਾਉਂਦੇ ਦੇਖੇ ਗਏ ਨੇ। ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਾਂਗੇ ਕਿ ਦੇਖੋ ਕਿਸ ਤਰੀਕੇ ਨਾਲ ਤਿੱਖੇ ਕਿੱਲ ਲਾਏ ਜਾ ਰਹੇ ਨੇ ਤੇ ਬਹੁਤ ਸਾਰੀਆਂ ਜਿੱਥੇ ਬੈਰੀਕੇਡਿੰਗ ਦੀਆਂ ਲੇਅਰਸ ਨੇ ਉੱਥੇ ਸੀਮੈਂਟ ਦੀਆਂ ਕੰਧਾਂ ਬਣਾਈਆਂ ਜਾ ਰਹੀਆਂ ਨੇ। ਤੇ ਉਧਰ ਦਿੱਲੀ ਤੇ ਯੂਪੀ ਦੀ ਹੱਦ ਤੇ ਗਾਜ਼ੀਪੁਰ ਵਿੱਚ ਵਾਹਨਾਂ ਦੀ ਆਵਾਜਾਈ ਰੋਕਣ ਲਈ ਵੀ ਕਈ ਪਰਤੀ ਬੈਰੀਕੇਡ ਲਾਏ ਜਾਣ ਦੀ ਖਬਰ ਹੈ। ਲੋਕਾਂ ਨੂੰ ਪੈਦਲ ਆਉਣ ਜਾਣ ਤੋਂ ਰੋਕਣ ਵਾਸਤੇ ਕੰਡਿਆਲੀਆਂ ਤਾਰਾਂ ਵਿਛਾਈਆਂ ਜਾ ਰਹੀਆਂ ਨੇ। ਤੁਰੰਤ ਕਾਰਵਾਈ ਲਈ ਸੈਂਕੜੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਨੇ। ਇਹਦੇ ਤੋਂ ਇਲਾਵਾ ਡਰੋਨਾਂ ਦੇ ਰਾਹੀਂ ਸਥਿਤੀ ਦੀ ਸਰਕਾਰ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਹੁਣ ਪਤਾ ਨਹੀਂ ਇਹ ਇੰਨੀ ਸੁਰੱਖਿਆ ਕਿਹਨਾਂ ਵਾਸਤੇ ਕੀਤੀ ਜਾ ਰਹੀ ਹੈ, ਕਿਉਂਕਿ ਕਿਸਾਨ ਤਾਂ ਸ਼ਾਂਤਮਈ ਬੈਠੇ ਆ ਬਈ। ਕਿਸਾਨਾਂ ਨੇ ਬੀਤੇ 68 ਦਿਨਾਂ ਦੇ ਵਿੱਚ ਸਰਕਾਰ ਇੱਕ ਵੀ ਇਸ ਤਰ੍ਹਾਂ ਦਾ ਕੋਈ ਕੇਸ ਕੱਢ ਕੇ ਦੇ ਦੇਵੇ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੇ ਕੋਈ ਮਾੜਾ ਕੰਮ ਕੀਤਾ ਹੋਵੇ। ਹਾਲਾਂਕਿ ਮਾੜੇ ਕੰਮ ਕਰਾਉਣ ਦੀਆਂ ਵਿਉਂਤਾਂ ਘੜੀਆਂ ਗਈਆਂ ਸੀ, ਪਰ ਇਹ ਨੌਜਵਾਨ, ਇਹ ਕਿਸਾਨ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਏ। ਤੇ ਹੁਣ ਦਿੱਲੀ
जिस तरह 26 जनवरी की परेड हुई सी, बहुत सारे नौजवान, बहुत सारे किसान लापता ने। हुण इन्हां जो ये घटनाक्रम वापरिया सी उहनूं लैके मुख मंत्री कैप्टन अमरिंदर सिंह ने सर्व पार्टी मीटिंग सद्दी सी, तुहानूं दस्सिया सी कल। ते उधर गणतंत्र दिवस मौके ते दिल्ली दे विच किसानां जिहड़ी ट्रैक्टर परेड कड्ढी, बहुत सारे लोग लापता होए है। उन्हां दी भाल संबंधी पंजाब दे कैबिनेट मंत्री सुखजिंदर रंधावा, सुखविंदर जिन्हां नूं सुख सरकारीआ कहने है, मैंबर पार्लीमेंट मनीष तिवाड़ी ਅਤੇ विधायक डॉक्टर राज कुमार वेरका ਦੇ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਹਦੇ ਤੋਂ ਬਾਅਦ ਸੁਖਜਿੰਦਰ ਰੰਧਾਵਾ ਅਤੇ ਸੁਖ ਸਰਕਾਰੀਆ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ ਪੰਜਾਬੀ ਨੌਜਵਾਨ ਨੇ, ਕਿਸਾਨ ਨੇ, ਉਹਨਾਂ ਦੇ ਕੇਸ ਲੜਨ ਦੇ ਵਾਸਤੇ ਵਕੀਲਾਂ ਦੀ ਟੀਮ ਇੱਕ ਸਰਕਾਰ ਦੇ ਵੱਲੋਂ ਬਣਾ ਦਿੱਤੀ ਗਈ ਹੈ, ਜਿਸ ਵੱਲੋਂ ਇਸ ਸੰਬੰਧੀ ਕੰਮ ਆਰੰਭ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਵਕੀਲਾਂ ਦੀ ਇਹ ਟੀਮ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਦੇ ਨਾਲ ਰਾਬਤਾ ਕਾਇਮ ਕਰਕੇ ਵਕਾਲਤਨਾਮੇ ਸਾਈਨ ਕਰਵਾਏਗੀ ਅਤੇ ਕੇਸਾਂ ਦੀ ਬਿਨਾਂ ਕਿਸੇ ਫੀਸ ਤੋਂ ਕਾਨੂੰਨੀ ਪੈਰਵੀ ਕਰੇਗੀ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਗ੍ਰਿਫਤਾਰ ਵਿਅਕਤੀਆਂ ਦੇ ਪ੍ਰਤੀ ਨਰਮ ਵਤੀਰਾ ਅਪਣਾਉਣ ਦੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ। ਉਹਨਾਂ ਇਹ ਵੀ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਦੇ ਵਿੱਚ ਲਾਪਤਾ ਹੋਏ ਨੌਜਵਾਨਾਂ ਤੇ ਹੋਰ ਵਿਅਕਤੀਆਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਦਰਦ ਨੂੰ ਅਸੀਂ ਮਹਿਸੂਸ ਕਰ ਰਹੇ ਹਾਂ ਤੇ ਇਸੇ ਹੀ ਦਰਦ ਨੂੰ ਮਹਿਸੂਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ਵਾਸਤੇ ਸਮਾਂ ਮੰਗ ਲਿਆ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸੂਚੀ ਗ੍ਰਹਿ ਮੰਤਰਾਲੇ ਵੱਲੋਂ ਵੈਬਸਾਈਟ ਤੇ ਪਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਪੰਜਾਬ ਸਰਕਾਰ ਵੱਲੋਂ ਵਿਅਕਤੀਆਂ ਦੇ ਲਾਪਤਾ ਹੋਣ ਬਾਰੇ ਕੋਈ ਹੋਰ ਸੂਚੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਉਹਨਾਂ ਦਾ ਪਤਾ ਲਗਾਉਣ ਲਈ ਵੀ ਕੇਂਦਰ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਉਹਨਾਂ ਇਹ ਵੀ ਦੱਸਿਆ ਕਿ ਸੰਵੇਦਨਸ਼ੀਲ ਮਸਲੇ ਦੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਹਾਂ ਪੱਖੀ ਅਤੇ ਸੰਜੀਦਾ ਹੁੰਗਾਰਾ ਸੀ, ਪਰ ਹੁਣ ਇੱਥੇ ਇੱਕ ਟਿੱਪਣੀ ਕਰਨੀ ਬਣਦੀ ਹੈ ਕਿ ਤੁਸੀਂ ਦੇਖੋ ਕਿ ਇਹ ਨੌਜਵਾਨ, ਇਹ ਕਿਸਾਨ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਦੇ ਵਿੱਚ ਸ਼ਾਮਲ ਹੋਣ ਵਾਸਤੇ ਗਏ ਸੀ। ਉਹਨਾਂ ਦੇ ਉੱਤੇ ਧਾਰਾਵਾਂ ਲਾਈਆਂ ਗਈਆਂ ਨੇ ਲੁੱਟਮਾਰ ਦੀਆਂ, ਡਕੈਤੀ ਦੀਆਂ, ਦੰਗੇ ਫੈਲਾਉਣ ਦੀਆਂ ਅਤੇ ਨਾਲ ਕਤਲਾਂ ਵਰਗੀਆਂ ਜਾਂ ਦੰਗਿਆਂ ਨੂੰ ਫੈਲਾਉਣ ਦੀਆਂ। ਹੁਣ ਕੋਈ ਦਿੱਲੀ ਦੇ ਵਿੱਚੋਂ ਬਾਂਹ ਕੱਢ ਕੇ ਇਹ ਵਿਅਕਤੀ ਆਖ ਸਕਦਾ, ਜਿਹੜਾ ਆਮ ਲੋਕ ਹੋਵੇ, ਕਿ ਸਾਡੀ ਕਿਸੇ ਦੀ ਇੱਜ਼ਤ ਨੂੰ ਹੱਥ ਪਾਇਆ ਹੋਵੇ, ਕਿਸੇ ਦੀ ਦੁਕਾਨ ਲੁੱਟੀ ਹੋਵੇ, ਕਿਸ ਦਾ ਘਰ ਲੁੱਟਿਆ ਹੋਵੇ, ਕਿਸੇ ਦੇ ਘਰ ਡਾਕਾ ਮਾਰਿਆ ਹੋਵੇ, ਕਿਤੇ ਇਹਨਾਂ ਨੇ ਦੰਗੇ ਫੈਲਾਏ ਹੋਣ। ਜਿਹੜੀਆਂ ਉਹਦੇ ਧਾਰਾਵਾਂ ਲਗਾਈਆਂ ਨੇ, ਹੁਣ ਸੁਖ ਸਰਕਾਰੀਆ ਤੇ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਕਿ ਸੰਜੀਦਾ ਸੀ। ਉਹ ਕਹਿੰਦੇ ਜੇਕਰ ਲਾਪਤਾ ਸਾਨੂੰ ਦੱਸ ਦਿਓ, ਪਤਾ ਤਾਂ ਤੁਹਾਨੂੰ ਹੋਣਾ ਚਾਹੀਦਾ। ਦਿੱਲੀ ਪੁਲਿਸ ਤੁਹਾਡੇ ਅੰਡਰ ਹੈ, ਪੁਲਿਸ ਨੇ ਇਹ ਬੰਦੇ ਚੱਕੇ ਨੇ, ਪੁਲਿਸ ਨੇ ਉਹਨਾਂ ਦੇ ਉੱਤੇ ਧਾਰਾਵਾਂ ਲਾਈਆਂ ਨੇ। ਹੁਣ ਨਾ ਉਹ ਜ਼ਮੀਨ ਖਾ ਗਈ, ਨਾ ਅਸਮਾਨ ਨਿਕਲ ਗਿਆ, ਕਿਸੇ ਨੂੰ ਕਿਸੇ ਥਾਣੇ 'ਚ ਬੰਦ ਨੇ ਜਾਂ ਕਿਸੇ ਜੇਲ੍ਹ ਭੇਜੇ ਹੋਏ ਨੇ। ਫਾਇਦਾ ਤਾਂ ਇਸ ਗੱਲ ਦਾ ਸੀ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ 140 ਦਾ ਤਾਂ ਪਹਿਲਾਂ ਹੀ ਪਤਾ ਲੱਗ ਚੁੱਕਿਆ, ਜਿਹੜੇ 400 ਲਾਪਤਾ ਨੇ ਉਹਨਾਂ ਦੀ ਤੁਸੀਂ ਸੂਚੀ ਦਿੰਦੇ, ਤੁਸੀਂ ਦੱਸਦੇ ਭਾਈ, ਹੋ ਸਕਦਾ ਇਹਨਾਂ ਵਿੱਚੋਂ ਲਗਭਗ ਬਹੁਤੇ ਨੌਜਵਾਨ ਬੇਕਸੂਰ ਨੇ। ਸਰਕਾਰ ਇਹ ਕਹਿੰਦੀ, ਖੈਰ ਕੁਝ ਵੀ ਹੈ, ਪਰ ਸਰਕਾਰ ਜਾਣ ਬੁੱਝ ਕੇ ਲੋਕਾਂ ਨੂੰ ਇਸ ਵਕਤ ਹਤਾਸ਼ ਕਰਨਾ ਚਾਹੁੰਦੀ ਹੈ, ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ। ਉਹ ਕਹਿੰਦੇ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦੇ ਦਰਮਿਆਨ ਇਹਨਾਂ ਕਾਨੂੰਨਾਂ ਨੂੰ ਲੈ ਕੇ ਜਿਹੜਾ ਅੜਿੱਕਾ ਬਣਿਆ ਹੋਇਆ ਹੈ, ਉਸ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਜਲਦ ਉਹ ਕੋਈ ਨਾ ਕੋਈ ਹੋਰ ਪੁਖਤਾ ਕਦਮ ਉਠਾਉਣਗੇ। ਤੇ ਜਦੋਂ ਅਸੀਂ ਜ਼ੋਰ ਦਿੱਤਾ, ਕਹਿੰਦੇ ਅਮਿਤ ਸ਼ਾਹ ਕਹਿੰਦੇ ਕਿ ਕੇਂਦਰ ਸਰਕਾਰ ਗੱਲਬਾਤ ਵਾਸਤੇ ਤਿਆਰ ਹੈ, ਕਿਸਾਨਾਂ ਦੇ ਟੈਲੀਫੋਨ ਕਾਲ ਦੀ ਇੰਤਜ਼ਾਰ ਕਰ ਰਹੀ ਹੈ। ਪਰ ਹੈਰਾਨੀ ਦੀ ਹੱਦ ਹੈ, 68 ਦਿਨ ਬੀਤ ਗਏ ਆ, 69ਵਾਂ ਦਿਨ ਚੱਲ ਗਿਆ, ਕਿਸਾਨ ਤਾਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਏ ਹੋਏ ਆ। ਅਮਿਤ ਸ਼ਾਹ ਜੀ, ਤੁਹਾਡੇ ਨਾਲ ਵੀ ਗੱਲਬਾਤ ਕੀਤਿਆਂ ਨੂੰ ਲਗਭਗ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਉਹਦੇ ਤੋਂ ਬਾਅਦ ਤੁਹਾਡੇ ਕੁਲੀਗ ਨੇ, 3 ਮੰਤਰੀ ਨੇ, ਉਹਨਾਂ ਦੇ ਨਾਲ ਮੀਟਿੰਗਾਂ ਦੇ 11 ਦੌਰ ਕਰ ਚੁੱਕੇ ਆ ਤੇ ਗੱਲ ਉੱਥੇ ਹੀ ਖੜੀ ਆ। ਬੀਤੀ 31 ਤਰੀਕ ਨੂੰ, 31 ਜਨਵਰੀ ਨੂੰ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਆਖਿਆ ਸੀ ਕਿ ਮੈਂ ਇੱਕ ਫੋਨ ਕਾਲ ਅਵੇ ਹਾਂ। ਹੁਣ ਤੁਸੀਂ ਕੀ ਉਡੀਕਦੇ ਹੋ ਕਿ ਹੋਰ ਕਿੰਨੀਆਂ ਜਾਨਾਂ ਜਾਣ? ਪਰ ਇਸ ਪੈਦਾ ਹੋਈ ਸਥਿਤੀ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸੰਬੰਧੀ ਸੂਚਨਾ ਦੇਣ ਦੇ ਵਾਸਤੇ ਇੱਕ ਹੈਲਪਲਾਈਨ ਨੰਬਰ ਉਹਦਾ ਐਲਾਨ ਕੀਤਾ ਤੇ ਇਹ ਨੰਬਰ ਹੈ 112। ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਸੂਬੇ ਦੇ ਐਡਵੋਕੇਟ ਜਨਰਲ ਦੇ ਵੱਲੋਂ ਪਤਾ ਲੱਗ ਰਿਹਾ ਕਿ 70 ਵਕੀਲ ਨਿਯੁਕਤ ਕੀਤੇ ਗਏ ਹੈ ਤਾਂ ਕਿ ਦਿੱਲੀ ਦੇ ਵਿੱਚ ਕੇਸਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਤੇ ਅੱਜ ਵਰਚੁਅਲ ਸਮਾਗਮ ਦੌਰਾਨ ਵੱਖੋ-ਵੱਖ ਪਿੰਡਾਂ ਦੇ ਸਰਪੰਚਾਂ ਨੇ ਮਸਲੇ ਤੇ ਚਿੰਤਾ ਪ੍ਰਗਟਾਈ
ਜਿਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲਾਪਤਾ ਹੋਏ ਵਿਅਕਤੀ ਨੂੰ ਲੱਭਣ ਲਈ ਜੋ ਵੀ ਸੰਭਵ ਹੋਇਆ ਕਰਾਂਗੇ। ਅਸੀਂ ਇਹਨਾਂ ਦੀ ਸੂਚਨਾ ਹਾਸਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹਨਾਂ ਵਿਅਕਤੀਆਂ ਦੀ ਘਰ ਵਾਪਸੀ ਨੂੰ ਯਕੀਨੀ ਬਣਾਵਾਂਗੇ। ਤੇ ਦੂਸਰੇ ਪਾਸੇ ਸੁਨੀਲ ਜਾਖੜ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਆਖਿਆ ਕਿ ਦਿੱਲੀ ਦੇ ਵਿੱਚ ਕਾਨੂੰਨੀ ਕੇਸਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਮਦਦ ਕਰਨ ਦੇ ਵਾਸਤੇ ਅਸੀਂ ਅਪੀਲ ਪਹਿਲਾਂ ਵੀ ਕੀਤੀ ਸੀ ਤੇ ਜਿਸ ਦਾ ਜਵਾਬ ਦੇਣ ਦੇ ਵਾਸਤੇ ਅਸੀਂ ਵਕੀਲ ਆਲਰੇਡੀ ਨਿਯੁਕਤ ਕਰ ਦਿੱਤੇ ਨੇ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੀਆਂ ਸੂਚਨਾਵਾਂ ਆਉਂਦੀਆਂ ਨੇ। ਇਹ ਪੰਜਾਬ ਸਰਕਾਰ ਦੇ ਵੱਲੋਂ ਖਬਰ ਸੀ। ਦੂਸਰੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਦੇ ਉੱਤੇ ਲੱਗੀ ਹੋਈ ਹੈ। ਜੀ ਸਾਡੇ ਅੱਜ ਜੋ ਲੀਗਲ ਸੈੱਲ ਸਾਡਾ ਬਣਾਇਆ ਗਿਆ ਔਰ ਇਹਨਾਂ ਸਾਰੇ ਕੇਸਿਸ ਵਾਸਤੇ ਸਾਡੀ ਸਾਰੀ ਸਪੋਰਟ ਕਰਨ ਵਾਸਤੇ ਸਾਰੇ ਐਡਵੋਕੇਟਸ ਇੱਥੇ ਬੈਠੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ। ਮੈਂ ਤੁਹਾਨੂੰ ਸਭ ਨੂੰ ਜਾਣਕਾਰੀ ਦੇਣਾ ਕਿ ਅੱਜ ਇਹ ਪੂਰਾ ਅਥੈਂਟਿਕ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਟੋਟਲ ਹੁਣ ਤੱਕ ਜਿਹੜੇ ਲੋਕ ਅਰੈਸਟ ਹੋਏ ਨੇ ਉਹ 120 ਨੇ। 120 ਅਰੈਸਟ ਹੋਏ ਨੇ ਔਰ 11 ਨੇ ਐਫਆਈਆਰ ਕਿੰਨੀਆਂ ਪਤਾ 14 ਟੋਟਲ 14 ਐਫਆਈਆਰ ਨੇ, ਜਿਹਦੇ ਅੰਦਰ ਮੁਕਰਜੀ ਨਗਰ ਅੰਦਰ, ਨਾਂਗਲੋਈ ਅੰਦਰ 3 ਐਫਆਈਆਰ ਨੇ, 4 ਉੱਤਮ ਨਗਰ ਅੰਦਰ, ਨਜਫਗढ़ अंदर, सीमापुरी अंदर, बाबा हरिदास नगर, पश्चिम विहार वेस्ट, अलीपुर आउटर और मुंडका आउटर डिस्ट्रिक्ट ਦੀਆਂ ਇਹ ਐਫਆਈਆਰ ਨੇ। ਇਹ ਸਾਰੇ ਨਾਮ ਜਿਹੜੇ ਆ ਅਸੀਂ ਆਪਣੀ ਵੈਬਸਾਈਟ ਤੇ ਆਪਣੇ ਫੇਸਬੁੱਕ ਤੇ ਪਾ ਰਹੇ ਹਾਂ। ਇਹਨਾਂ ਇਲਾਵਾ ਦਿੱਲੀ ਅੰਦਰ ਕੋਈ ਵੀ ਐਸਾ ਨਹੀਂ ਜਿਸ ਦੀ ਜਾਣਕਾਰੀ ਅਰੈਸਟ ਦੀ ਹੋਵੇ, ਐਸਾ ਇਸ ਤੋਂ ਇਲਾਵਾ ਕੋਈ ਨਹੀਂ। ਸੋ ਮੈਂ ਸਭ ਪਰਿਵਾਰਾਂ ਨੂੰ ਕਹਿੰਦਾ ਵੀਡੀਓ ਵੀ ਸ਼ੇਅਰ ਕਰੋ, ਸਭ ਤੱਕ ਪਹੁੰਚਾਇਓ ਜੇ। ਔਰ ਇਹ ਵੀਡੀਓ ਦੇ ਨਾਲ ਅਸੀਂ ਆਪਣੀ ਇਹ ਲਿਸਟ ਵੀ ਨਾਲ ਲਗਾ ਕੇ ਭੇਜ ਰਹੇ ਹਾਂ, ਸੋ ਤੁਹਾਨੂੰ ਕਲੈਰਿਟੀ ਆ ਜੇ। ਕੋਈ ਵੀ ਇਹਨਾਂ ਦੇ ਇਲਾਵਾ ਅਗਰ ਅਰੈਸਟ ਦਿੱਲੀ ਅੰਦਰ ਨਹੀਂ ਹੈਗਾ, ਅਗਰ ਉਹਦਾ ਜੀ ਮਿਸਿੰਗ ਆ, ਉਹਦੀ ਜਾਣਕਾਰੀ ਦਿੱਲੀ ਪੁਲਿਸ ਦੇ ਮੁਤਾਬਕ ਕੋਈ ਰਿਕਾਰਡ ਅੰਦਰ ਉਹਦੀ ਜਾਣਕਾਰੀ ਨਹੀਂ ਹੈਗੀ। ਇਹ 120 ਲੋਕਾਂ ਦੀ ਕੰਪਲੀਟ ਜਾਣਕਾਰੀ ਜਿਹੜੀ ਆ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਹਨਾਂ ਦੇ ਇਲਾਵਾ ਦਿੱਲੀ ਅੰਦਰ ਕੋਈ ਮਿਸਿੰਗ ਨਹੀਂ। ਸੋ ਮੈਂ ਫਿਰ ਇੱਕ ਦੂਜੀ ਕਲੈਰੀਫਿਕੇਸ਼ਨ ਦੇ ਦਿਆਂ ਕਿ ਅੱਜ ਸਾਰੀ ਅਸੀਂ ਜਾਣਕਾਰੀ ਲੈਣ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਹੜਾ ਲਾਲ ਕਿਲਾ ਹੈ ਉਹਦਾ ਜਿਹੜਾ ਪੁਲਿਸ ਸਟੇਸ਼ਨ ਆ, ਕੋਤਵਾਲੀ ਪੁਲਿਸ ਸਟੇਸ਼ਨ ਕਿਹਾ ਜਾਂਦਾ ਹੈ, ਕੋਤਵਾਲੀ ਪੁਲਿਸ ਸਟੇਸ਼ਨ ਅੰਦਰ ਕੋਈ ਵੀ ਅੱਜ ਤੱਕ ਅਰੈਸਟ ਨਹੀਂ ਹੋਇਆ। ਕੋਈ ਵੀ ਅਰੈਸਟ ਅੱਜ ਤੱਕ ਕੋਤਵਾਲੀ ਪੁਲਿਸ ਸਟੇਸ਼ਨ 'ਚ ਨਹੀਂ ਹੋਇਆ। ਮਤਲਬ ਲਾਲ ਕਿਲੇ ਦੇ ਕੇਸ ਅੰਦਰ ਜਿਹੜਾ ਇੱਕ ਲੜਕਾ ਜਿਹਦੇ ਪੈਰ 'ਚ ਗੋਲੀ ਵੱਜੀ ਸੀਗੀ ਉਹ ਅਜੇ ਤੱਕ ਹਸਪੀਟਲ ਆ, ਹੁਣੇ ਅਸੀਂ ਮਿਲ ਕੇ ਆਏ ਸੇਂਟ ਸਟੀਫਨਸ ਅੰਦਰ, ਉਹਨੂੰ ਵੀ ਅਰੈਸਟ ਨਹੀਂ ਅਜੇ ਤੱਕ ਕੀਤਾ ਗਿਆ। ਸੋ ਕੋਤਵਾਲੀ ਅੰਦਰ ਜਿਹੜੀ ਗੱਲ ਚੱਲਦੀ ਸੀ ਕੋਈ ਅਰੈਸਟ ਹੋਏ ਮੁੰਡੇ, ਕੋਈ ਵੀ ਬੰਦਾ ਅਰੈਸਟ ਨਹੀਂ ਹੋਇਆ। 120 ਲੋਕ ਟੋਟਲ ਹੁਣ ਤੱਕ ਅਰੈਸਟ ਹੋਏ ਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਆਪਣੇ ਪੱਧਰ ਤੇ ਲੱਗੇ ਹੋਏ ਆ। ਬਿਲਕੁਲ ਇਸੇ ਨਾਲ ਖਾਲੜਾ ਮਿਸ਼ਨ ਕਮੇਟੀ ਆਪਣੇ ਪੱਧਰ ਤੇ ਲੱਗੀ ਹੋਈ ਹੈ ਤੇ ਨਾਲ ਮਨੁੱਖੀ ਅਧਿਕਾਰ ਜਥੇਬੰਦੀਆਂ ਆਪਣੀ ਪੱਧਰ ਤੇ ਲੱਗੀਆਂ ਹੋਈਆਂ ਨੇ। ਗੱਲ ਇਹ ਹੈ ਕਿ ਇਸ ਵਕਤ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਕਿ ਸਾਨੂੰ ਇਤਫਾਕ ਦੀ ਜ਼ਰੂਰਤ ਹੈ, ਏਕੇ ਦੀ ਜ਼ਰੂਰਤ ਹੈ। ਭਾਵੇਂ ਕੋਈ ਵੀ ਵਿਅਕਤੀ ਪਰ ਸੱਚੇ ਦਿਲੋਂ ਮਦਦ ਕਰਨੀ ਚਾਹੁੰਦਾ ਹੋਵੇ, ਉਹ ਕੋਈ ਵੀ ਵਿਅਕਤੀ ਅੱਗੇ ਆ ਸਕਦਾ ਹੈ। ਅੱਜ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਆਖਿਆ ਕਿ ਸਾਨੂੰ ਬਹੁਤ ਸਾਰੇ ਬਾਹਰਲੇ ਭਰਾਵਾਂ ਦੇ ਫੋਨ ਆ ਰਹੇ ਨੇ, ਜਿਨ੍ਹਾਂ ਪਰਿਵਾਰਾਂ ਦੇ ਜੀ ਇਸ ਵਕਤ ਦਿੱਲੀ ਤਿਹਾੜ ਜੇਲ੍ਹ ਵਿੱਚ ਨੇ ਜਾਂ ਜਿਹੜੇ ਲਾਪਤਾ ਨੇ, ਉਹਨਾਂ ਦੇ ਫੋਨ ਆ ਰਹੇ ਨੇ ਕਿ ਸਾਨੂੰ ਦੱਸੋ ਅਸੀਂ ਕਿੰਨੇ ਪੈਸੇ ਦਈਏ ਤਾਂ ਕਿ ਸਾਡਾ ਪੁੱਤ ਸਲਾਖਾਂ ਤੋਂ ਬਾਹਰ ਆ ਸਕੇ। ਉਹਨਾਂ ਨੇ ਕਿਹਾ, ਉਹ ਕਹਿੰਦੇ ਜਿਹੜੇ ਗੁਰਦੁਆਰਿਆਂ ਦਾ ਗੋਲਕ ਹੈ ਇਹ ਤੁਹਾਡਾ ਪੈਸਾ ਹੈ, ਤੁਹਾਨੂੰ ਇੱਕ ਪੰਜੀ ਦੇਣ ਦੀ ਜ਼ਰੂਰਤ ਨਹੀਂ, ਇੱਕ ਪੈਨੀ ਦੇਣ ਦੀ ਜ਼ਰੂਰਤ ਨਹੀਂ। ਜਿੰਨਾ ਵੀ ਕੇਸਾਂ ਦੇ ਉੱਤੇ ਖਰਚ ਹੋਵੇਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਇਹ ਕੇਸ ਵੀ ਲੜੇਗੀ ਅਤੇ ਉਹਨਾਂ ਨੂੰ ਸਲਾਖਾਂ ਤੋਂ ਬਾਹਰ ਲਿਆਉਣ ਦੇ ਵਾਸਤੇ ਹਰ ਚਾਰਾਜ਼ੋਈ ਕਰੇਗੀ। ਹੁਣ ਪੰਜਾਬ ਸਰਕਾਰ ਵੀ ਆਖ ਰਹੀ ਹੈ ਕਿ ਮੁਫਤ ਦੇ ਵਿੱਚ ਕਰਾਂਗੇ ਤੇ ਇੱਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਖ ਰਹੀ ਹੈ ਕਿ ਅਸੀਂ ਮੁਫਤ ਦੇ ਵਿੱਚ ਇਹ ਕੇਸ ਲੜਾਂਗੇ। ਅਸਲ ਦੇ ਵਿੱਚ ਮਾਮਲਾ ਉਹੀ 26 ਜਨਵਰੀ ਦੀ ਪਰੇਡ ਤੋਂ ਬਾਅਦ ਪੈਦਾ ਹੋਈ ਹਾਲਾਤ ਵਾਲਾ ਹੈ। ਪਤਾ ਲੱਗਿਆ ਸੀ ਕਿ ਪਹਿਲਾਂ ਕੁਝ ਕੁ ਬੰਦਿਆਂ ਦੀ ਸੂਚੀ ਜਾਰੀ ਕੀਤੀ ਗਈ ਸੀ ਤੇ ਹੁਣ ਇਸ ਸੂਚੀ ਦੇ ਨਾਮ 140 ਦੱਸੇ ਜਾ ਰਹੇ ਨੇ। ਇਹ ਸੂਚੀ ਜਾਰੀ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਸੀ ਕਿ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਹੁਣ ਤੱਕ 14 ਐਫਆਈਆਰ ਦਰਜ ਕੀਤੀਆਂ ਨੇ ਅਤੇ ਇਹਨਾਂ ਵਿੱਚੋਂ ਜਿਹੜੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੀ ਸੂਚੀ ਕਹਿੰਦੇ ਸੀ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੇ ਪਾ ਰਹੇ ਹਾਂ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਵਿਅਕਤੀਆਂ ਦੇ ਪਰਿਵਾਰ ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ ਅਤੇ ਉਹ ਇਹਨਾਂ ਸਾਰਿਆਂ ਦੇ ਮਾਮਲੇ ਦੇ ਵਿੱਚ ਕਾਨੂੰਨੀ ਸਹਾਇਤਾ ਸਮੇਤ ਹਰ ਤਰੀਕੇ ਦੀ ਮਦਦ ਮੁਫਤ ਵਿੱਚ ਪ੍ਰਦਾਨ ਕਰਨਗੇ। ਉਹਨਾਂ ਕਿਹਾ ਕਿ ਕਮੇਟੀ ਦੇ ਲੀਗਲ ਸੈੱਲ ਅਤੇ ਇਸ ਮਾਮਲੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਲੋਂ ਬਣਾਈ ਗਈ ਵਕੀਲਾਂ ਦੀ ਟੀਮ ਨੇ ਇਹਨਾਂ ਸਾਰੇ ਕੇਸਾਂ ਦੀ ਜਾਣਕਾਰੀ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਸਾਰੀਆਂ 14 ਜਿਹੜੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਉਹ ਮੁਖਰਜੀ ਨਗਰ 'ਚ ਹੋਈਆਂ ਨੇ, ਨਾਗਲੋਈ 'ਚ ਹੋਈਆਂ ਨੇ, ਉੱਤਮ ਨਗਰ 'ਚ ਹੋਈਆਂ ਨੇ, ਨਸਫਗੜ੍ਹ 'ਚ ਹੋਈਆਂ ਨੇ, ਸੀਮਾਪੁਰੀ 'ਚ ਹੋਈਆਂ ਨੇ, ਬਾਬਾ ਹਰੀਦਾਸ ਨਗਰ 'ਚ ਹੋਈਆਂ ਨੇ, ਪੱਛਮ ਵਿਹਾਰ ਵੈਸਟ 'ਚ ਹੋਈਆਂ ਨੇ, ਅਲੀਪੁਰ ਆਊਟਰ 'ਚ ਹੋਈਆਂ ਨੇ,
ਮੁੰਡਕਾ ਆਊਟਰ ਦੇ ਵਿੱਚ ਹੋਈਆਂ ਨੇ। ਇਹਨਾਂ 14 ਥਾਵਾਂ ਦੇ ਉੱਤੇ ਇਹਨਾਂ ਥਾਣਿਆਂ ਦੇ ਵਿੱਚ ਇਹ 14 FIR ਦਰਜ ਦੱਸੀਆਂ ਜਾ ਰਹੀਆਂ ਨੇ। ਉਹਨਾਂ ਇੱਕ ਹੋਰ ਜਿਹੜੀ ਪਤੇ ਦੀ ਗੱਲ ਦੱਸੀ, ਉਹ ਕਹਿੰਦੇ ਲਾਲ ਕਿਲੇ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਘਟੀਆਂ ਨੇ, ਜਿਸ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਬਣਾਇਆ ਜਾ ਰਿਹਾ ਹੈ। ਪਰ ਲਾਲ ਕਿਲਾ ਇਲਾਕੇ ਦੇ ਵਿੱਚ ਜਿਹੜਾ ਥਾਣਾ ਕੋਤਵਾਲੀ ਪੈਂਦਾ ਹੈ, ਉਸ ਕੋਤਵਾਲੀ ਦੇ ਵਿੱਚ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਆਹ ਵਿਅਕਤੀਆਂ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜੇਕਰ ਇਹਦੇ ਤੋਂ ਇਲਾਵਾ ਕਿਸੇ ਦਾ ਜੀ ਲਾਪਤਾ ਹੈ ਤਾਂ ਉਸ ਦੀ ਜਾਣਕਾਰੀ ਦਿੱਲੀ ਪੁਲਿਸ ਕੋਲ ਵੀ ਹਾਲੇ ਤੱਕ ਹੈ ਨਹੀਂ। ਇਹ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ। ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਮਿਲ ਕੇ ਆਏ ਨੇ ਅਮਿਤ ਸ਼ਾਹ ਨੂੰ, ਉਹਨਾਂ ਨੇ ਵੀ ਦੱਸਿਆ ਕਿ ਆਹੀ ਬੰਦੇ ਆ ਭਾਈ, ਇਹਦੇ ਤੋਂ ਇਲਾਵਾ ਜੇਕਰ ਕੋਈ ਲਾਪਤਾ ਹੈ ਤਾਂ ਦਿੱਲੀ ਪੁਲਿਸ ਨੂੰ ਵੀ ਉਹਨਾਂ ਬਾਰੇ ਪਤਾ ਨਹੀਂ। ਇਹ ਗੱਲ ਹੁਣ ਦੇਖੋ, ਬਿਲਕੁਲ ਦਿੱਲੀ ਪੁਲਿਸ ਨੂੰ ਲੀਗਲ ਸੈੱਲ ਮਿਲ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ। ਉਹਨਾਂ ਨੇ ਵੀ ਦੱਸਿਆ ਕਿ ਭਈ ਆਹੀ ਬੰਦੇ ਨੇ ਜਿਹੜੇ ਗ੍ਰਿਫਤਾਰ ਅਸੀਂ ਕੀਤੇ ਨੇ। ਜੇਕਰ ਕੋਈ ਇਹਨਾਂ ਤੋਂ ਇਲਾਵਾ ਹਾਲੇ ਵੀ ਲਾਪਤਾ, ਜਿਨ੍ਹਾਂ ਦਾ ਆਪਣੇ ਘਰਦਿਆਂ ਦੇ ਨਾਲ ਰਾਬਤਾ ਨਹੀਂ ਹੋ ਰਿਹਾ, ਇਹ ਚਿੰਤਾ ਦਾ ਵਿਸ਼ਾ ਹੈ। ਕੱਲ ਵੀ ਤੁਹਾਡੇ ਨਾਲ ਨੰਬਰ ਸਾਂਝੇ ਕੀਤੇ ਸੀ, ਸੰਪਰਕ ਕੀਤੇ ਜਾ ਸਕਦੇ ਆ। ਉਹਨਾਂ ਇੱਕ ਜਾਣਕਾਰੀ ਹੋਰ ਦਿੱਤੀ ਕਿ ਅਰਸ਼ਦੀਪ ਸਿੰਘ ਨਾਂ ਦਾ ਇੱਕ ਨੌਜਵਾਨ ਹੈ ਜਿਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ। ਉਹ ਇਸ ਵੇਲੇ ਸੇਂਟ ਸਟੀਫਨ ਹਸਪੀਟਲ ਦੇ ਵਿੱਚ ਦਾਖਲ ਹੈ, ਪਰ ਉਹਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ। ਉਹਨਾਂ ਦੱਸਿਆ ਕਿ ਉਸ ਨੌਜਵਾਨ ਦੀ ਹਾਲਤ ਇਸ ਵਕਤ ਠੀਕ ਹੈ ਤੇ ਉਹਨੂੰ ਹਸਪਤਾਲ ਦੇ ਵਿੱਚੋਂ ਕਿਸੇ ਵਕਤ ਵੀ ਛੁੱਟੀ ਮਿਲ ਸਕਦੀ ਹੈ। ਤੇ ਹੁਣ ਅਗਲੀ ਖਬਰ ਦੇਖੋ, ਹੁਣ ਤੱਕ ਸਰਕਾਰ ਸ਼ਾਇਦ ਇਹਨੂੰ ਹਲਕੇ 'ਚ ਇਸ ਕਰਕੇ ਵੀ ਲੈਂਦੀ ਰਹੀ ਕਿ ਸ਼ਾਇਦ ਇਹ ਅੰਦੋਲਨ ਕਿਸਾਨਾਂ ਦਾ ਤੇ ਸਿਰਫ ਪਿੰਡਾਂ ਵਾਲੇ ਲੋਕਾਂ ਦਾ। ਹੁਣ ਪਰਸੋਂ ਦੇਖੋ ਮੋਗਾ ਦੇ ਵਿੱਚ ਬਹੁਤ ਵੱਡੀ ਰੈਲੀ ਹੋਈ ਤੇ ਅੱਜ ਦਿੱਲੀ ਦੇ ਵਿੱਚੋਂ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਕਿ ਉਹਦੇ ਆਲੇ ਦੁਆਲੇ ਤਾਂ ਲੋਕਾਂ ਦੇ ਵਿੱਚ ਲਗਾਤਾਰ ਆਮਦ ਵੱਧ ਰਹੀ ਹੈ। ਪਰ ਅੱਜ ਦੀ ਇੱਕ ਹੋਰ ਜਿਹੜੀ ਵੱਡੀ ਖਬਰ ਇਹ ਮਿਲੀ ਹੈ ਕਿ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਹੋਈ ਹੈ। ਦੇਸ਼ ਵਿਦੇਸ਼ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ, ਟਰੈਕਟਰ ਰੈਲੀਆਂ ਹੋ ਰਹੀਆਂ ਨੇ, ਕਾਰ ਰੈਲੀਆਂ ਹੋ ਰਹੀਆਂ ਨੇ। ਲੋਕ ਰੋਸ ਮੁਜ਼ਾਹਰੇ ਕਰ ਰਹੇ ਨੇ। ਮੈਂ ਸਰੀ ਵਿੱਚ ਰੋਜ਼ਾਨਾ ਵੇਖਦਾ ਹਾਂ ਕਿ ਹਰ ਇੱਕ ਚੌਂਕ ਤੇ, ਹਰ ਇੱਕ ਚੌਰਸਤੇ ਤੇ, ਹਰ ਇੱਕ ਇੰਟਰਸੈਕਸ਼ਨ ਤੇ ਲੋਕ ਕਿਸਾਨੀ ਝੰਡੇ ਲੈ ਕੇ ਰਾਤ ਨੂੰ ਕੜਾਕੇ ਦੀ ਸਰਦੀ ਵਿੱਚ ਵੀ ਖੜੇ ਹੁੰਦੇ ਆ। ਦੁਨੀਆ ਭਰ ਦੇ ਵਿੱਚੋਂ ਇਸੇ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ। ਹੁਣ ਤੁਸੀਂ ਦੇਖੋ ਕਿ ਇਸ ਲਹਿਰ ਦਾ ਜ਼ੋਰ ਪਿੰਡਾਂ ਵਿੱਚ ਹੀ ਸੀਮਿਤ ਨਹੀਂ, ਹੁਣ ਇਹ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਦੇਖਿਆ ਗਿਆ। ਚੰਡੀਗੜ੍ਹ ਵਿੱਚ ਵੀ ਇਸ ਅੰਦੋਲਨ ਦੀ ਗੂੰਜ ਸੁਣਾਈ ਦਿੱਤੀ। ਪੰਜਾਬ ਕਿਸਾਨ ਯੂਨੀਅਨ ਅਤੇ ਨੌਜਵਾਨ ਕਿਸਾਨ ਏਕਤਾ ਦੇ ਸਾਂਝੇ ਬੈਨਰ ਹੇਠ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਚੰਡੀਗੜ੍ਹ ਦੇ ਵਿੱਚ ਇੱਕ ਤਿਰੰਗਾ ਰੈਲੀ ਕੱਢੀ ਗਈ। ਇਹ ਰੈਲੀ ਕਿਸਾਨ ਭਵਨ ਤੋਂ ਸ਼ੁਰੂ ਹੋਈ ਤੇ ਸੈਕਟਰ 17 ਦੇ ਵਿੱਚ ਜਾ ਕੇ ਸਮਾਪਤ ਹੋਈ। ਇਸ ਮਾਰਚ ਦੇ ਵਿੱਚ ਸ਼ਾਮਲ ਨੌਜਵਾਨਾਂ ਨੇ ਕੇਂਦਰ ਸਰਕਾਰ ਅਤੇ RSS ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਹੱਥਾਂ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਬੈਨਰ ਫੜੇ ਹੋਏ ਸੀ, ਰੋਸ ਮੁਜ਼ਾਹਰਾ ਕਰ ਰਹੇ ਸੀ। 17 ਸੈਕਟਰ ਦੇ ਵਿੱਚ ਰੋਸ ਮਾਰਚ ਦੌਰਾਨ ਪੰਜਾਬ ਕਿਸਾਨ ਯੂਨੀਅਨ ਮੋਹਾਲੀ ਦੇ ਜ਼ਿਲ੍ਹਾ ਕਨਵੀਨਰ ਨੇ ਅਮਨਦੀਪ ਸਿੰਘ, ਉਹਨਾਂ ਨੇ ਕਿਹਾ ਕਿ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਖਤਮ ਕਰਨ ਦੇ ਲਈ RSS ਨੇ ਦਿੱਲੀ ਵਿੱਚ ਮਾਰਚ ਦੌਰਾਨ ਹਿੰਸਾ ਭੜਕਾਉਣ ਦਾ ਖੁਦ ਕੰਮ ਕੀਤਾ, ਜਿਸ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ। ਹੁਣ ਤਾਂ ਬਹੁਤ ਸਾਰੇ ਚੈਨਲਾਂ ਨੇ ਬਹੁਤ ਸਾਰੀਆਂ ਰਿਪੋਰਟਸ ਵੀ ਜ਼ਾਹਰ ਕਰ ਦਿੱਤੀਆਂ ਨੇ ਕਿ ਜਿਹੜੇ ਭਾਈ ਉਹ ਲੋਕ ਆਏ ਸੀ ਸਥਾਨਕ ਸਤੂਨ ਕੋ ਕੋਈ ਨਹੀਂ ਸੀ। ਉਹ ਬਾਅਦ ਦੇ ਵਿੱਚ ਉਹਨਾਂ ਚੋਂ ਕਈ ਤਾਂ ਮਾਫੀਆਂ ਮੰਗਦੇ ਫਿਰਦੇ ਸੀ, ਮੈਂ ਤਾਂ ਰਸਤੇ 'ਚ ਆਉਂਦਾ ਰੋਕ ਲਿਆ, ਮੈਂ ਵੀ ਯਾਰ ਬੋਲ ਪਿਆ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਮੈਂ ਅੱਜ ਇੱਕ ਵਾਰੀ ਫਿਰ ਉਹ ਗੱਲ ਦੁਹਰਾਉਣੀ ਚਾਹੁੰਦਾ ਹਾਂ ਕਿ ਜਿਹੜੇ ਲੋਕ ਕਹਿੰਦੇ ਆ ਨਾ ਕਿ ਇਹਨਾਂ ਲੋਕਾਂ ਨੂੰ ਤਿਰੰਗੇ ਬਾਰੇ ਨਹੀਂ ਪਤਾ, ਤਿਰੰਗੇ ਦੇ ਵਿੱਚ ਲਿਪਟ ਲਾਸ਼ਾਂ ਜੇਕਰ ਸਭ ਤੋਂ ਵੱਧ ਸਰਹੱਦਾਂ ਤੋਂ ਆਉਂਦੀਆਂ ਨੇ ਨਾ, ਉਹ ਪੰਜਾਬੀ ਨੌਜਵਾਨਾਂ ਦੀਆਂ ਆਉਂਦੀਆਂ ਨੇ। ਦੇਖਿਓ ਕਿਤੇ ਇਹ ਤਿਰੰਗੇ ਦੀ ਰਾਖੀ ਕਰਨ ਵਾਲੇ ਵੀ ਪੰਜਾਬੀ ਨੌਜਵਾਨ ਨੇ। ਜਦੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਰਜਾਈਆਂ ਦੋ ਲੈ ਕੇ ਹੀਟਰ ਲਾ ਕੇ ਸੁੱਤੇ ਹੋ ਨਾ, ਕੋਈ ਲੇਹ ਬੈਠਾ, ਕੋਈ ਲਦਾਖ ਬੈਠਾ, ਕੋਈ ਚੀਨ ਵਾਲੇ ਪਾਸੇ ਬੈਠਾ, ਉਹਨਾਂ ਵਿੱਚੋਂ ਬਹੁਤੀ ਗਿਣਤੀ ਵਿੱਚ ਪੰਜਾਬੀ ਨੇ। ਤੁਹਾਡੀ ਰਾਖੀ ਕਰ ਰਹੇ ਨੇ, ਸਰਜ਼ਮੀਨ ਦੀ ਰਾਖੀ ਕਰ ਰਹੇ ਨੇ, ਇਸ ਤਿਰੰਗੇ ਦੀ ਰਾਖੀ ਕਰ ਰਹੇ ਨੇ। ਤੇ ਇਹਨਾਂ ਤੋਂ ਨਫ਼ਰਤ ਨਾ ਕਰੋ। ਨਫ਼ਰਤ ਕਦੀ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ, ਇਹ ਖੇਡਾਂ ਵਿਗਾੜ ਦਿੰਦੀ ਹੈ। ਆਹ ਖਬਰ ਬੜੀ ਮੰਦਭਾਗੀ ਹੈ ਜਿਹੜੀ ਅਗਲੀ ਮਿਲੀ ਹੈ। ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਉਸ ਸੰਘਰਸ਼ ਦੇ ਵਿੱਚੋਂ ਪਰਤੇ ਸਨ ਇੱਕ ਨੌਜਵਾਨ। ਠੰਡ ਲੱਗ ਗਈ ਸੀ, ਠੰਡ ਤੋਂ ਬਾਅਦ ਨਮੂਨੀਆ ਹੋਇਆ। ਬੀਤੇ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਉਹਨਾਂ ਨਾਲ ਸੰਬੰਧਿਤ ਸਨ ਅਤੇ ਬਲਾਕ ਭਵਾਨੀਗੜ੍ਹ ਦੇ ਯੂਥ ਆਗੂ ਨੇ ਮਾਲਵਿੰਦਰ ਸਿੰਘ, ਉਹਨਾਂ ਨੇ ਦੱਸਿਆ ਕਿ ਭਵਾਨੀਗੜ੍ਹ ਦਾ ਸਿਰਫ 30 ਵਰ੍ਹਿਆਂ ਦਾ ਨੌਜਵਾਨ ਕ੍ਰਿਸ਼ਨ ਸਿੰਘ ਹਫ਼ਤਾ ਭਰ ਦਿੱਲੀ ਦੇ ਵਿੱਚ ਇਸ ਅੰਦੋਲਨ ਦਾ ਹਿੱਸਾ ਬਣਿਆ ਰਿਹਾ।
ਤੇ ਇਸੇ ਦੌਰਾਨ ਬਿਮਾਰ ਹੋਇਆ ਤੇ 25 ਦਸੰਬਰ ਨੂੰ ਉਹਨੂੰ ਵਾਪਸ ਘਰ ਭੇਜਿਆ ਗਿਆ ਸੀ। ਲਗਾਤਾਰ ਸਿਹਤ ਖਰਾਬ ਹੁੰਦੀ ਗਈ। ਉਸ ਨੂੰ ਸੰਗਰੂਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਸੇ ਦਿਨ ਦਾ ਭਰਤੀ ਕਰਵਾਇਆ ਹੋਇਆ ਸੀ, ਜਿੱਥੇ ਬੀਤੀ ਸ਼ਾਮ ਉਸ ਦੀ ਜ਼ਿੰਦਗੀ ਉਸ ਨੂੰ ਜਵਾਬ ਦੇ ਗਈ। ਡਾਕਟਰਾਂ ਨੇ ਆਖਿਆ ਸੀ ਕਿ ਪੀਜੀਆਈ ਚੰਡੀਗੜ੍ਹ ਲੈ ਜਾਓ, ਪਰ ਰਸਤੇ 'ਚ ਉਹ ਦਮ ਤੋੜ ਗਿਆ। ਕਿਸਾਨ ਜਥੇਬੰਦੀ ਨੇ ਆਖਿਆ ਕਿ ਉਸ ਨੌਜਵਾਨ ਕੋਲ ਸਿਰਫ 1 ਏਕੜ ਜ਼ਮੀਨ ਸੀ, ਸਿਰਫ 1 ਏਕੜ। ਪਿਤਾ ਦੀ ਪਹਿਲਾਂ ਮੌਤ ਹੋਈ ਹੈ। ਪਰਿਵਾਰ ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚ ਗੁਜ਼ਰ ਰਿਹਾ ਸੀ। ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਇਸ ਗਰੀਬ ਅਤੇ ਪੀੜਤ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ। ਹੁਣ 1 ਏਕੜ ਵਾਲੇ ਕਿਸਾਨ ਦੀ ਭਲਾ ਕਿਹੋ ਜਿਹੀ ਆਰਥਿਕ ਸਥਿਤੀ ਹੋ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇਸੇ ਤਰ੍ਹਾਂ ਦੀ ਅਗਲੀ ਖਬਰ ਵੀ ਹੈ। ਕਾਨੂੰਨ ਰੱਦ ਕਰਵਾਉਣ ਦੇ ਵਾਸਤੇ ਹਰ ਇੱਕ ਕਿਸਾਨ ਹਮਾਇਤੀ ਵਿਅਕਤੀ ਦਿੱਲੀ ਮੋਰਚੇ ਦੇ ਵਿੱਚ ਜਾ ਰਿਹਾ ਹੈ। ਦਿੱਲੀ ਮੋਰਚੇ ਦੇ ਵਿੱਚ ਇੱਕ ਨਹੀਂ ਅਨੇਕਾਂ ਵਾਰ ਸ਼ਿਰਕਤ ਕਰ ਚੁੱਕਿਆ ਸੀ ਪਟਿਆਲਾ ਦੀ ਨੇੜਲੇ ਪਿੰਡ ਦੌਣ ਕਲਾਂ ਦਾ ਨੌਜਵਾਨ ਵਰਨ ਅਤਰੀ ਨੂੰ ਵੀ ਦਿਲ ਦਾ ਦੌਰਾ ਪਿਆ ਹੈ ਤੇ ਹਾਲੇ ਕੁਆਰਾ ਸੀ। ਪਿੱਛੇ ਆਪਣੀ ਮਾਂ ਛੱਡ ਗਿਆ ਤੇ ਇੱਕ ਕੁਆਰੀ ਭੈਣ ਛੱਡ ਗਿਆ। ਇਹ ਵਰਨ ਦੇ ਵੀ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਸੀ। ਤੇ ਸਭ ਤੋਂ ਦੁਖਦਾਇਕ ਗੱਲ ਇੱਕ ਹੋਰ ਹੈ ਇਸ ਗੱਲ ਦੇ ਵਿੱਚ, ਵਰਨ ਦੀ ਉਸ ਦਿਨ ਮੌਤ ਹੋਈ ਹੈ ਜਿਸ ਦਿਨ ਵਰਨ ਦਾ ਜਨਮ ਦਿਨ ਸੀ। ਵਰਨ ਦੇ ਵੱਲੋਂ ਦਿੱਲੀ ਵਿਚਲੇ ਕਿਸਾਨ ਮੋਰਚੇ ਵਿਚਲੀਆਂ ਵਾਇਰਲ ਕੀਤੀਆਂ ਵੀਡੀਓ ਕਲਿੱਪਸ ਅਤੇ ਫੋਟੋਆਂ ਨੂੰ ਦੇਖ ਕੇ ਗੱਚ ਭਰਦਾ ਯਾਰ। ਉਸ ਦੀ ਮਾਂ ਅਤੇ ਭੈਣ ਵਿਰਲਾਪ ਕਰੀ ਜਾ ਰਹੀਆਂ ਨੇ, ਰੋਂਦੀਆਂ ਧਾਨੀ ਧਰ ਰਹੀਆਂ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਰਿਵਾਰ ਦੀ ਸਥਿਤੀ ਕੋਈ ਬਹੁਤੀ ਆਰਥਿਕ ਪੱਖੋਂ ਵਧੀਆ ਨਹੀਂ। ਪੰਜਾਬ ਸਰਕਾਰ ਉਸ ਦੇ ਪਰਿਵਾਰ ਲਈ ਬਣਦੀਆਂ ਸਹੂਲਤਾਂ ਦੇਵੇ, ਇਹ ਕਹਿੰਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ। ਤੁਸੀਂ ਦੇਖੋ ਕਿ ਚੜ੍ਹਦੀ ਵਰੇਸ ਦੇ ਵਿੱਚ ਤੁਰ ਗਿਆ, ਪਿੱਛੇ ਕੁਆਰੀ ਭੈਣ ਛੱਡ ਗਿਆ ਤੇ ਵਿਧਵਾ ਮਾਂ ਛੱਡ ਗਿਆ। ਇੱਕ ਵਾਰ ਨਹੀਂ ਅਨੇਕਾਂ ਵਾਰ ਗਿਆ ਸੀ, ਇਸ ਸੰਘਰਸ਼ ਨੂੰ ਪ੍ਰਣਾਇਆ ਹੋਇਆ ਸੀ। ਅਗਲੀ ਖਬਰ ਅੰਮ੍ਰਿਤਸਰ ਵਾਲੇ ਪਾਸੋਂ ਮਿਲੀ ਹੈ। ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਨੇ ਖੁਦਕੁਸ਼ੀ ਕੀਤੀ, ਪਰ ਉਹਦੇ ਤੋਂ ਪਹਿਲਾਂ ਆਪਣੇ ਛੋਟੇ ਬੱਚੇ ਤੇ ਘਰਵਾਲੀ ਦਾ ਕਤਲ ਕੀਤਾ। ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਬੀਤੀ ਸ਼ਾਮ ਬਿਕਰਮਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਪਹਿਲਾਂ ਆਪਣੀ ਘਰਵਾਲੀ ਯਾਦਵਿੰਦਰ ਕੌਰ ਅਤੇ ਬੱਚੇ ਵਰਸੀਰਤ ਸਿੰਘ ਨੂੰ ਗੋਲੀਆਂ ਮਾਰੀਆਂ ਤੇ ਬਾਅਦ ਦੇ ਵਿੱਚ ਖੁਦਕੁਸ਼ੀ ਕੀਤੀ ਹੈ। ਘਟਨਾ ਦਾ ਪਤਾ ਚੱਲਦੇ ਸਾਰ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਖੁਦਕੁਸ਼ੀ ਨੋਟ ਵੀ ਪ੍ਰਾਪਤ ਕੀਤਾ ਹੈ। ਜਾਣਕਾਰੀ ਅਨੁਸਾਰ ਫਾਈਨੈਂਸਰ ਦਾ ਕੰਮ ਕਰਦਾ ਸੀ ਬਿਕਰਮਜੀਤ ਸਿੰਘ। ਬਿਜ਼ਨਸ ਦੇ ਵਿੱਚ ਡਾਢਾ ਘਾਟਾ ਪਿਆ, ਇਸ ਕਰਕੇ ਇਹਨੇ ਇਹ ਕਦਮ ਚੁੱਕਿਆ, ਜਿਸ ਦੀ ਜਾਣਕਾਰੀ ਉਸਨੇ ਖੁਦਕੁਸ਼ੀ ਨੋਟ ਵਿੱਚ ਦਿੱਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਉਸਨੇ ਹਥਿਆਰ ਜਿਹੜਾ ਇਸ ਵਾਰਦਾਤ ਵਿੱਚ ਵਰਤਿਆ ਹੈ ਆਪਣੇ ਗਵਾਂਢੀ ਕੋਲੋਂ ਲਿਆ। ਬਿਕਰਮਜੀਤ ਨੇ ਸੋਸ਼ਲ ਮੀਡੀਆ ਤੇ ਇਸ ਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਲਵਿਦਾ ਲਿਖਿਆ, ਸਟੇਟਸ ਪਾਇਆ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਖੁਦਕੁਸ਼ੀਆਂ ਮਿੱਤਰੋ ਕਿਸੇ ਮਾਮਲੇ ਦਾ ਹੱਲ ਨਹੀਂ। ਪਹਿਲਾਂ ਵੀ ਤੁਹਾਨੂੰ ਬੜੀ ਵਾਰ ਅਪੀਲ ਕੀਤੀ ਹੈ, ਅੱਜ ਇੱਕ ਵਾਰੀ ਫਿਰ ਅਸੀਂ ਆਪਣੇ ਮਾਧਿਅਮ ਰਾਹੀਂ ਤੁਹਾਨੂੰ ਸਭਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਹਾਲਾਤਾਂ ਨਾਲ ਲੜੀਏ, ਹਾਲਾਤਾਂ ਤੋਂ ਭੱਜੀਏ ਨਾ। ਬਹੁਤ ਸਾਰੇ ਲੋਕ ਨੇ ਕਿਸੇ ਗਲਤ ਸੰਗਤ ਵਿੱਚ ਪੈ ਜਾਂਦੇ ਨੇ, ਖੁਦਕੁਸ਼ੀ ਕਰ ਲੈਂਦੇ ਨੇ। ਨਸ਼ਿਆਂ ਦੇ ਆਦੀ ਹੋ ਗਏ, ਖੁਦਕੁਸ਼ੀ ਕਰ ਲੈਂਦੇ ਨੇ। ਪੈਸੇ 'ਚ ਟੁੱਟ ਕੇ ਖੁਦਕੁਸ਼ੀ ਕਰ ਲੈਂਦੇ ਨੇ। ਤੁਹਾਡਾ ਸਰੀਰ ਕੁੰਦਨ ਵਰਗਾ ਹੈ, ਸਾਣ ਤੇ ਲਾ ਲਓ, ਕਿਉਂਕਿ ਜੇ ਹਿੰਮਤ ਕਰੇ ਮਨੁੱਖ ਅਸਮਾਨ ਨੂੰ ਛੂ ਸਕਦਾ। ਬਹੁਤ ਸਾਰੇ ਲੋਕ ਨੇ ਜਿਹੜੀਆਂ ਸਾਡੇ ਕੋਲੇ ਉਦਾਹਰਨਾਂ ਨੇ, ਨਾ ਘਰ ਵਿੱਚ ਬਿਜਲੀ, ਨਾ ਘਰ ਵਿੱਚ ਕੋਈ ਸਹੂਲਤ, ਸੜਕ ਦੇ ਕਿਨਾਰੇ ਤੇ ਲੱਗੇ ਖੰਭੇ ਦੀ ਰੌਸ਼ਨੀ ਦੇ ਵਿੱਚ ਪੜ੍ਹਦੇ ਰਾਸ਼ਟਰਪਤੀ ਤੱਕ ਜਾ ਪਹੁੰਚੇ। ਇਹਦੇ ਤੋਂ ਵੱਡੀਆਂ ਤੇ ਖੂਬਸੂਰਤ ਉਦਾਹਰਨਾਂ ਕਿਹੜੀਆਂ ਹੋ ਸਕਦੀਆਂ ਨੇ। ਆਮ ਘਰ ਦੇ ਵਿੱਚ ਵੀ ਜੰਮਿਆ ਕਈ ਵਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਹੁੰਦਾ, ਪਰ ਉਹਨਾਂ ਵਿਅਕਤੀਆਂ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਕੋਲ ਕੋਈ ਸਹੂਲਤ ਹੀ ਨਹੀਂ ਸੀ। ਵੱਡੇ ਸਾਇੰਟਿਸਟ ਬਣ ਗਏ, ਰਾਸ਼ਟਰਪਤੀ ਤੱਕ ਜਾ ਬਣੇ। ਬਹੁਤ ਵੱਡੀਆਂ ਉਦਾਹਰਨਾਂ ਨੇ। ਬਸ ਟਾਈਮ ਦੀ ਮੈਨੇਜਮੈਂਟ ਕਰਨਾ ਸਿੱਖੀਏ, ਆਪਣੇ ਹਾਲਾਤਾਂ ਦੇ ਨਾਲ ਲੜਨਾ ਸਿੱਖੀਏ ਤੇ ਫਿਰ ਜ਼ਿੰਦਗੀ ਬੜੀ ਖੂਬਸੂਰਤ ਹੈ, ਕਿਉਂਕਿ ਜ਼ਿੰਦਗੀ ਕੰਡਿਆਂ ਦੀ ਸੇਜ ਨਹੀਂ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।